ਉਹ ਕਿਹੜੇ ਆਸਮਾਨ ਚੋਂ ਗਿਰ ਗਈ ਤੇ ਉਹਨੇ ਵੀ ਤਾਂ ਕਿਸੇ ਦਾ ਦੁੱਧ ਪੀਤਾ ਤਾ। ਉਹਦਾ ਕਰਜ਼ ਪੁੱਛਿਆ ਉਸ ਦਿਨ ਇਹਨਾਂ ਨੇ ਵੀ ਤਾਂ ਆਪਣੇ ਮਾਂ-ਬਾਪ ਨੂੰ ਦੁੱਧ ਦਾ ਕਰਜ਼ ਕਿਆ ਦੇ ਕੇ ਆਈ ਹੈ। ਅਸੀਂ ਉਹਨੂੰ ਐਂ ਪੁੱਛਣਾ ਵੀ ਸਾਡੇ ਦੁੱਧ ਦਾ ਆਹੀ ਐਦਾ ਕਰਿਆ ਸਾਡਾ। ਬਿਨਾਂ ਸਹਿਮਤੀ ਤੋਂ ਤੁਹਾਡਾ ਪੁੱਤ ਕਿਸੇ ਦੀ ਧੀ ਨੂੰ ਲੈ ਕੇ ਆਇਆ ਸੀ, ਮਤਲਬ ਕਿ ਉਹਨਾਂ ਦੀ ਭਤੀਜੀ ਨੂੰ, ਉਦੋਂ ਪੁੱਛਿਆ ਸੀ ਤੁਸੀਂ ਦੁੱਧ ਦੇ ਕਰਜ਼ ਬਾਰੇ? ਤੇ ਆ ਕੇ ਇਹਨੇ ਹੱਥ ਛਾਤੀਆਂ ਠੋਰੀਆਂ, ਥਾਪੀਆਂ ਮਾਰੀਆਂ, ਹੱਥ ਖੜੇ ਖੜੇ ਕਰਕੇ ਕਿਹਾ ਵੀ ਤੁਹਾਡੇ ਮੈਂ ਨਾ ਮੋਹਰ ਲਾਤੀ। ਵਿਆਹ ਤੋਂ ਬਾਅਦ ਕਹਿੰਦਾ ਵੀ ਆ ਲੋ ਧਰਤੀ ਤੁਹਾਡੀ ਲਾਤੀ ਤੁਹਾਡੇ ਮੋਹਰ, ਤੇ ਨਾਲੇ ਤੂੰ ਜੀਜਾ ਕਹਾਉਂਦੇ ਸੀ ਤੁਸੀਂ। ਵਿਆਹ ਤੋਂ ਬਾਅਦ ਹਾਂਜੀ। ਇਸ ਟਾਈਮ ਸਰਪੰਚ ਇੱਥੇ ਮੌਜੂਦ ਹੈ ਨਾ ਜੀ, ਹਾਂਜੀ। ਤੁਸੀਂ ਉਹਨਾਂ ਨੂੰ ਪੁੱਛੋ ਜੀ ਇਹ ਗੱਲ। ਲੋਕਾਂ ਨੇ ਇਹ ਵੀ ਵਿਰੋਧ ਕੀਤਾ ਵੀ ਯਾਰ ਤੁਸੀਂ ਕਹੀ ਜਾਂਦੇ ਹੋ ਵੀ ਕੁੜੀ ਮੁੰਡਾ ਕੱਢ ਕੇ ਲੈ ਗਿਆ, ਰਿਸਪੈਕਟ ਤੇ ਕਰੋ, ਵੀ ਇਹਦੇ ਵਿੱਚ ਯਾਰ ਸਤਿਕਾਰ ਵਾਲੀ ਗੱਲ ਕੀ ਕੀਤੀ ਗਈ ਹੈ? ਕਿ ਜਿਹੜਾ ਜੈਪਾਲ ਸਿੰਘ ਦਾ ਲੜਕਾ ਏ ਇਹ ਖਾਲੀ ਹੱਥ ਵਾਰ ਨਹੀਂ ਕਰਦਾ, ਤੇਜ਼ ਹਥਿਆਰ ਦੇ ਨਾਲ ਵਾਰ ਕਰਦਾ ਹੈ। ਤੂੰ ਯਾਰ ਬਹੁਤ ਤੇਜ਼ ਧਾਰ ਹਥਿਆਰ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਵਾਰ ਕਰਦਾ, ਗੁੱਟ ਤੱਕ ਲਾ ਦਿੰਦਾ ਕਹਿੰਦੇ। ਕਿਸੇ ਵੀ ਮੁੰਡੇ ਨਾਲ ਝਗੜਾ ਲੈਣਾ ਚਾਹੁੰਦਾ ਏ ਤਾਂ ਉਹਨੇ ਝਗੜਾ ਕਰਨਾ, ਸੱਟਾਂ ਮਾਰਨੀਆਂ, ਫਿਰ ਪ੍ਰੈਸ਼ਰ ਪਾ ਕੇ ਆਪਣੀ ਭੈਣ ਨੂੰ ਕਹਿਣਾ ਵੀ ਤੂੰ ਕਹਿ ਪੰਚਾਇਤ ਵਿੱਚ ਥਾਣੇ 'ਚ ਵੀ ਮੈਨੂੰ ਛੇੜਦਾ ਤਾ। ਤੁਸੀਂ ਆਪਣੀ ਭੈਣ ਨੂੰ ਮੂਹਰੇ ਕਰਦੇ ਹੋ। ਉਹਨੇ ਦਰਅਸਲ ਸਾਡੀ ਬਹੂ ਨੂੰ ਇਹ ਕਿਹਾ ਤਾਂ ਇਹਦੇ ਘਰਦਿਆਂ ਨੇ, ਕਹਿੰਦੇ ਵੀ ਜੇ ਤੂੰ ਮੁੰਡੇ ਦੇ ਕੋਲ ਚਲੇਗੀ ਨਾ ਤਾਂ ਅਸੀਂ ਉਹਨਾਂ ਦੀ ਕੁੜੀ ਲਿਆਉਣੀ ਹੈ, ਕੁੜੀ ਲਿਆ ਕੇ ਨਾ 10 ਦਿਨ ਰੱਖ ਕੇ, ਮਹੀਨਾ ਰੱਖ ਕੇ ਅਸੀਂ ਕੱਢ ਦੇਣੀ ਘਰ ਤੇ। ਅਸੀਂ ਜ਼ਿੰਮੇਵਾਰ ਨਹੀਂ, ਸਾਡੀ ਕੁੜੀ ਨੂੰ ਜੇ ਉਹਨਾਂ ਨੇ ਕੱਢ ਦਿੱਤਾ ਅਸੀਂ ਆਪਣੇ ਦਰਵਾਜ਼ੇ ਨਹੀਂ ਵਾੜਨੀ, ਉਹਦੇ ਮਾਂ-ਬਾਪ ਉਹ ਜ਼ਿੰਮੇਵਾਰ ਹੋਊਗਾ ਮੁੰਡਾ। ਇਹ ਕਹਿੰਦੀ ਮੈਂ ਆਪਣੇ ਪੁੱਤ ਨੂੰ ਵੀ ਰੋਕਦਾ ਰਿਹਾ, ਤੁਹਾਡੇ ਸਹੁਰਾ ਸਾਹਿਬ ਕਹਿੰਦੇ ਵੀ ਜਪਨੀਤ ਨੂੰ ਵੀ ਮੈਂ ਰੋਕਦਾ ਰਿਹਾ ਵੀ ਪੁੱਤ ਇਹ ਕੰਮ ਠੀਕ ਨਹੀਂ ਹੈਗੀ, ਨਾ ਕਰੋ। ਫਿਰ ਤੁਸੀਂ ਕਿਉਂ ਇਹ ਕੰਮ ਕੀਤਾ? ਘਰ ਬੁਲਾ ਕੇ ਕੁੜੀ ਨੂੰ। ਹੁਣ ਤੁਸੀਂ ਖੁਸ਼ ਹੈ ਕਿਤੇ ਤੁਹਾਨੂੰ ਟੌਰਚਰ ਕਰਕੇ ਤਾਂ ਨਹੀਂ ਇਹ ਸ਼ਬਦ ਬੁਲਾਏ ਜਾ ਰਹੇ? ਨਹੀਂ ਨਹੀਂ ਜੀ, ਮੈਂ ਤੁਹਾਡੇ ਬਿਆਨ ਆਜ਼ਾਦੀ ਨਾਲ ਦੇ ਰਹੇ ਹੋ। ਹਾਂਜੀ। ਕਿਸੇ ਦਾ ਪਰਿਵਾਰਕ ਜਿਹੜਾ ਇਸ਼ੂ ਹੈਗਾ ਉਹ ਜਦੋਂ ਸਮਾਜ ਨੂੰ ਪ੍ਰਭਾਵਿਤ ਕਰਨ ਲੱਗ ਜੇ, ਨਹੀਂ ਤਾਂ ਲੱਖਾਂ ਸਿੰਗਰ ਲੜੀ ਜਾਂਦੇ ਆ ਆਪਸ ਦੇ ਵਿੱਚ, ਪਰਸਨਲ ਲੜਾਈਆਂ ਇਹਨਾਂ ਦੀਆਂ ਅਸੀਂ ਤਾਂ ਕਦੇ ਨਹੀਂ ਦਿਖਾਉਂਦੇ। ਧੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਉਹਦਾ ਕਾਰਨ ਇਹ ਨਹੀਂ ਹੈ ਵੀ ਸਿਰਫ ਧੀਆਂ ਹੀ ਗਲਤ ਨੇ, ਉਹਦਾ ਕਾਰਨ ਮੁੰਡੇ ਵੀ ਗਲਤ ਹੋ ਸਕਦੇ ਨੇ, ਤੇ ਮੁੰਡਿਆਂ ਦੇ ਕਰਕੇ ਵੀ ਧੀਆਂ ਬਦਨਾਮ ਹੁੰਦੀਆਂ ਨੇ। ਦੋਸਤੋ, ਬੀਤੇ ਦਿਨੀ ਕੋਰਟ ਮੈਰਿਜ ਨੂੰ ਲੈ ਕੇ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਅਦਾਲਤ ਦੀ, ਜਿਸ ਤੋਂ ਬਾਅਦ ਅਸੀਂ ਮੁੰਡੇ ਪਰਿਵਾਰ ਦੇ ਨਾਲ ਵੀ ਮਿਲਾਇਆ, ਜਿਸ ਤੋਂ ਬਾਅਦ ਕਹਾਣੀ ਕੁਝ ਹੋਰ ਦਿਖਾਈ ਦਿੱਤੀ। ਬਹੁਤ ਸਾਰੇ ਲੋਕਾਂ ਦੇ ਕਮੈਂਟ ਆਏ। ਉਸ ਤੋਂ ਬਾਅਦ ਲੋਕਾਂ ਨੇ ਇਹ ਵੀ ਵਿਰੋਧ ਕੀਤਾ ਵੀ ਯਾਰ ਤੁਸੀਂ ਕਹੀ ਜਾਂਦੇ ਹੋ ਵੀ ਕੁੜੀ ਮੁੰਡਾ ਕੱਢ ਕੇ ਲੈ ਗਿਆ, ਰਿਸਪੈਕਟ ਤੇ ਕਰੋ, ਵੀ ਇਹਦੇ ਵਿੱਚ ਯਾਰ ਸਤਿਕਾਰ ਵਾਲੀ ਗੱਲ ਕੀ ਕੀਤੀ ਗਈ ਹੈ? ਬੇਸ਼ੱਕ ਕਾਨੂੰਨ ਸਾਨੂੰ ਇਜਾਜ਼ਤ ਦਿੰਦਾ, ਕਾਨੂੰਨ ਸਾਨੂੰ ਆਜ਼ਾਦੀ ਦਿੰਦਾ ਵੀ ਅਸੀਂ ਵਿਆਹ ਕਰਵਾ ਸਕਦੇ ਆ, ਪਰ ਸਾਡੇ ਧਰਮ, ਸਾਡੀਆਂ ਪਰੰਪਰਾਵਾਂ, ਸਾਡਾ ਸੱਭਿਆਚਾਰ ਇਹਨਾਂ ਚੀਜ਼ਾਂ ਦੀ ਆਜ਼ਾਦੀ ਨਹੀਂ ਦਿੰਦਾ। ਇਹਨਾਂ ਚੀਜ਼ਾਂ ਨੂੰ ਹੁਣ ਆਪਾਂ, ਠੀਕ ਹੈ ਅੱਜ ਦੇ ਦੌਰ ਦੇ ਵਿੱਚ ਬਹੁਤ ਕੁਝ ਹੁੰਦਾ, ਪ੍ਰੇਮ ਵਿਆਹ ਹੁੰਦੇ ਆ, ਮਾਪਿਆਂ ਦੀ ਸਹਿਮਤੀ ਦੇ ਨਾਲ ਹੋ ਜਾਂਦੇ ਨੇ, ਪਰ ਅਸੀਂ ਸ਼ੁਰੂ ਤੋਂ ਬਹੁਤ ਸਾਰੇ ਗੀਤ ਵੀ ਗੀਤਕਾਰ ਲਗਾਤਾਰ ਲਿਖ ਰਹੇ ਨੇ, ਕਿਉਂਕਿ ਧੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਉਹਦਾ ਕਾਰਨ ਇਹ ਨਹੀਂ ਹੈ ਵੀ ਸਿਰਫ ਧੀਆਂ ਹੀ ਗਲਤ ਨੇ, ਉਹਦਾ ਕਾਰਨ ਮੁੰਡੇ ਵੀ ਗਲਤ ਹੋ ਸਕਦੇ ਨੇ, ਤੇ ਮੁੰਡਿਆਂ ਦੇ ਕਰਕੇ ਵੀ ਧੀਆਂ ਬਦਨਾਮ ਹੁੰਦੀਆਂ ਨੇ। ਘਰ ਇੱਥੇ ਤੇ ਸਾਹਮਣੇ ਵਾਲਾ ਮੁੰਡਾ ਕੁੜੀ ਨੂੰ ਲੈ ਜਾਂਦਾ ਹੈ, ਜਾਂ ਆਪਸੀ ਸਹਿਮਤੀ ਦੇ ਵਿੱਚ ਉਹ ਚਲੇ ਜਾਂਦੇ ਨੇ, ਕੋਰਟ ਦੇ ਵਿੱਚ ਮੈਰਿਜ ਹੁੰਦੀ ਹੈ, ਕੋਰਟ ਮੈਰਿਜ ਹੋ ਜਾਂਦੀ ਹੈ, ਤੇ ਬਾਅਦ ਦੇ ਵਿੱਚ ਜਦੋਂ ਅਸੀਂ ਇੱਥੇ ਆਉਂਦੇ ਹਾਂ ਪਿੰਡ ਮੰਦਵਾੜਾ ਦੇ ਵਿੱਚ, ਪਤਾ ਲੱਗਦਾ ਕਹਿੰਦੇ ਉਹ ਮੁੰਡਾ ਪਰਿਵਾਰ ਕਹਿੰਦਾ ਜੀ 8 ਮਹੀਨੇ ਪਹਿਲਾਂ ਸਾਡੀ ਵੀ ਤਾਂ ਭਤੀਜੀ ਨੂੰ ਇਹ ਵੀਰ ਅਸਹਿਮਤੀ ਦੇ ਬਾਵਜੂਦ ਲੈ ਕੇ ਆਇਆ ਸੀ, ਪਰਿਵਾਰਾਂ ਦੀ ਅਸਹਿਮਤੀ ਨਹੀਂ ਸੀਗੀ, ਅਸੀਂ ਮੰਨਦੇ ਨਹੀਂ ਸੀ, ਪਰ ਕੱਢ ਕੇ ਉਹਨਾਂ ਨੇ ਕਿਹਾ ਵੀ ਕੱਢ ਕੇ ਲਿਆਂਦੀ ਹੈ ਸਾਡੀ ਭਤੀਜੀ। ਤੇ ਅਸੀਂ ਅੱਜ ਫਿਰ ਉਸ ਪਰਿਵਾਰ ਦੇ ਕੋਲ, ਕੁੜੀ ਪਰਿਵਾਰ ਹੈ ਜੈਪਾਲ ਸਿੰਘ ਜੀ, ਜਿਹੜੇ ਉਸ ਵੇਲੇ ਆਪਣੀ ਧੀ ਨੂੰ ਕਹਿੰਦੇ ਰਹੇ ਵੀ ਪੁੱਤ ਨਾ ਜਾ, ਕਿਉਂਕਿ ਕੱਲ੍ਹ ਵੀ ਗੱਲ ਕਹੀ ਸੀ ਵੀ ਜਦੋਂ ਤਾਂ ਬੱਚਾ ਛੋਟਾ ਹੁੰਦਾ ਉਦੋਂ ਆਪਣੇ ਪਿਓ ਦੀ ਉਂਗਲ ਫੜਦਾ ਉਹ, ਵੀ ਮੈਂ ਜਾਣਾ ਪਾਪਾ ਤੇਰੇ ਨਾਲ। ਤੇ ਅਸੀਂ ਐਡੇ ਸਮਝਦਾਰ ਹੋ ਜਾਂਦੇ ਹਾਂ ਯਾਰ, ਜਦੋਂ ਅਸੀਂ ਜਵਾਨੀ ਦੇ ਵਿੱਚ ਆ ਗਏ ਤੇ ਬਾਪ ਕਹਿੰਦਾ ਵੀ ਨਾ ਇਸ ਰਾਹ 'ਤੇ ਤੁਰ, ਇਹ ਗਲਤ ਹੈ, ਤੇ ਅਸੀਂ ਕਹਿੰਦੇ ਤੂੰ ਕੌਣ? ਆਪਾਂ ਨੂੰ ਉਹ ਮੋਹ, ਉਹ ਚੀਜ਼ਾਂ ਨੂੰ ਯਾਦ ਰੱਖਣਾ ਚਾਹੀਦਾ ਆਪਣੇ ਪਿਓ ਦੀਆਂ। ਪਰ ਕੱਲ੍ਹ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਨੇ ਇੱਕ ਦੋਸ਼ ਲਾਇਆ ਮੁੰਡੇ ਪਰਿਵਾਰ ਵਾਲਿਆਂ ਨੇ ਜੀ, ਜੈਪਾਲ ਜੀ ਤੁਹਾਡੇ ਤੇ ਇਹ ਗੱਲ ਕਹੀ ਗਈ ਹੈ ਵੀ ਜਦੋਂ 8 ਮਹੀਨੇ ਬਿਨਾਂ ਸਹਿਮਤੀ ਤੋਂ ਤੁਹਾਡਾ ਪੁੱਤ ਕਿਸੇ ਦੀ ਧੀ ਨੂੰ ਲੈ ਕੇ ਆਇਆ ਸੀ, ਮਤਲਬ ਕਿ ਉਹਨਾਂ ਦੀ ਭਤੀਜੀ ਨੂੰ,
ਉਦੋਂ ਪੁੱਛਿਆ ਸੀ ਤੁਸੀਂ ਦੁੱਧ ਦੇ ਕਰਜ਼ ਬਾਰੇ? ਜੀ ਅਸੀਂ ਪੁੱਛਿਆ ਤਾਂ ਜੀ, ਮੁੰਡੇ ਨੂੰ ਵੀ ਕਿਹਾ ਤੇ ਕੁੜੀ ਨੂੰ ਵੀ ਕਿਹਾ। ਜਦੋਂ ਮੁੰਡਾ ਕੁੜੀ ਉਹ ਸਹਿਮਤ ਤੇ ਅਸੀਂ ਇਹਨਾਂ ਨੂੰ ਕਿਹਾ ਤਾਂ ਵੀ ਇਹ ਕੰਮ ਨਾ ਕਰੋ, ਅਸੀਂ ਤੁਹਾਡਾ ਵਿਆਹ ਕਰਾਂਗੇ। ਤੇ ਅਸੀਂ ਇਹਨਾਂ ਦੇ ਬਾਪ ਨੂੰ ਵੀ ਪੁੱਛਿਆ ਤੇ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਸਾਡੀ ਵੀ ਮੁੰਡੀਆਂ ਪਿੰਡ ਤੋਂ ਵੀ ਜੀ ਜੇ ਤੁਸੀਂ ਕਰਨਾ ਚਾਹੁੰਦੇ ਆ ਤੇ ਤੁਸੀਂ ਸਾਡਾ ਰਿਸ਼ਤਾ ਕਰ ਸਕਦੇ ਆ। ਮੁੰਡਾ ਕੁੜੀ ਸਹਿਮਤ ਤੇ ਫਿਰ ਉਹਨਾਂ ਨੇ ਕੀ ਕਿਹਾ ਜੀ? ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ। 10 ਦਿਨ ਰੁਕ ਜਾਓ ਤੇ 20 ਦਿਨ ਰੁਕ ਜਾਓ, ਬਾਕੀ ਕੁੜੀ ਨੂੰ ਪਤਾ ਹੈ ਜੀ, ਅਸੀਂ ਕੁਝ ਨਹੀਂ ਕਹਿ ਸਕਦੇ। ਅਸੀਂ ਸਮਝਾਏ ਬਹੁਤ ਹੈ ਜੀ, 2 ਤਰ੍ਹਾਂ ਸਮਝਾਈਆਂ, ਮੁੰਡਾ ਵੀ ਸਮਝਾਇਆ ਤੇ ਕੁੜੀ ਵੀ। ਆਪਣੇ ਮੁੰਡੇ ਨੂੰ ਵੀ ਸਮਝਾਇਆ ਸੀ ਵੀ ਜੇ ਨਹੀਂ ਮੰਨਦੇ ਤਾਂ ਰਹਿਣ ਦੇ? ਅਸੀਂ ਕਿਹਾ ਮੁੰਡੇ ਨੂੰ ਕਿਹਾ ਵੀ ਨਹੀਂ ਰਹਿਣ ਦੇ ਪੁੱਤ, ਇਹੋ ਜਿਹਾ ਕੰਮ ਨਾ ਕਰ, ਮੈਂ ਤੇਰਾ ਵਿਆਹ ਕਰਾਂਗਾ। ਹਾਂਜੀ। ਫਿਰ ਵੀ ਕਰਤਾ ਪੁੱਤ ਨੇ? ਫਿਰ ਵੀ ਜੀ ਕੁੜੀ ਨੇ ਦੁਖੀ ਹੋ ਕੇ ਮਰੰਡੇ ਫੋਨ ਕਰਿਆ ਵੀ ਮੈਂ ਮਰੰਡੇ ਆ ਗਈ, ਉਹ ਕੁੜੀ ਦੱਸੂਗੀ ਵੀ ਕਿੱਦਾਂ ਆਈ ਕਿਆ। ਕੀ ਹਾਲ ਹੈ ਭੈਣ, ਕੀ ਨਾਮ ਹੈ ਤੁਹਾਡਾ? ਜਪਨੀਤ ਕੌਰ ਹੈ। ਜਪਨੀਤ ਕੌਰ। ਜਪਨੀਤ ਕੌਰ, ਕਿਹੜੇ ਹਾਲਾਤਾਂ ਦੇ ਵਿੱਚ ਤੁਹਾਡਾ ਵਿਆਹ ਹੁੰਦਾ? ਕਿਉਂਕਿ ਕੱਲ ਉਹਨਾਂ ਨੇ ਦੋਸ਼ ਲਾਇਆ ਵੀ ਸਾਡੀ ਭਤੀਜੀ ਨੂੰ ਕੱਢ ਲਿਆ ਆ, ਸ਼ਬਦ ਉਹਨਾਂ ਨੇ ਬੋਲਿਆ, ਉਹ ਕਹਿੰਦੇ ਵੀ ਕੱਢ ਲਿਆ। ਜਦੋਂ ਪਰਿਵਾਰਾਂ ਦੀ ਸਹਿਮਤੀ ਨਾ ਹੋਵੇ, ਪਰਿਵਾਰ ਅਸਹਿਮਤ ਹੋਣ, ਬੇਸ਼ੱਕ ਵਿਆਹ ਤੁਸੀਂ ਇੱਕ ਤਰੀਕੇ ਦੇ ਨਾਲ ਕਰਾ ਲੈਂਦੇ ਹੋ ਤਾਂ ਉਹਨੂੰ ਸ਼ਬਦ ਨੂੰ ਭਜਾ ਲੈਣਾ ਜਾਂ ਕੱਢ ਲੈਣਾ ਹੀ ਬੋਲਿਆ ਜਾਂਦਾ। ਵੀ ਤੁਹਾਡਾ ਕਿਹੜੇ ਹਾਲਾਤਾਂ ਦੇ ਵਿੱਚ ਕੀ ਮਜਬੂਰੀ ਸੀ? ਤੁਸੀਂ ਕਿਹਾ ਇਹਨਾਂ ਨੇ, ਇਹ ਕਹਿੰਦੇ ਮੈਂ ਆਪਣੇ ਪੁੱਤ ਨੂੰ ਵੀ ਰੋਕਦਾ ਰਿਹਾ, ਤੁਹਾਡੇ ਸਹੁਰਾ ਸਾਹਿਬ ਕਹਿੰਦੇ ਵੀ ਜਪਨੀਤ ਨੂੰ ਵੀ ਮੈਂ ਰੋਕਦਾ ਰਿਹਾ ਵੀ ਪੁੱਤ ਇਹ ਕੰਮ ਠੀਕ ਨਹੀਂ ਹੈਗੇ, ਨਾ ਕਰੋ। ਫਿਰ ਤੁਸੀਂ ਕਿਉਂ ਇਹ ਕੰਮ ਕੀਤਾ? ਗੱਲ ਇੱਦਾਂ ਜੀ, ਇਹ ਮੇਰੇ ਘਰ ਦੇ ਜੀ ਮੈਨੂੰ ਤੰਗ ਕਰਦੇ ਤੇ ਪਰੇਸ਼ਾਨ ਕਰਦੇ ਤੇ ਬਹੁਤ ਜ਼ਿਆਦਾ ਟੌਰਚਰ ਕਰਦੇ ਤੇ ਵੀ ਤੈਨੂੰ ਅਸੀਂ ਮਾਰ ਦੂੰਗੇ। ਕਾਹਦੇ ਬਾਰੇ ਮਾਰ ਦਾਂਗੇ? ਵੀ ਜੇ ਤੇ ਉਹ ਮੁੰਡੇ ਨਾਲ ਵਿਆਹ ਕਰਾਇਆ। ਫਿਰ ਜਦੋਂ ਉਹ ਇਹ ਚੀਜ਼ਾਂ ਕਹਿੰਦੇ ਸੀ ਫਿਰ ਤੁਸੀਂ ਮਨਾ ਹੀ ਕਰ ਦੇਣਾ ਸੀ ਵੀ ਨਹੀਂ ਚਲੋ ਠੀਕ ਹੈ। ਫਿਰ ਘਰਦਿਆਂ ਦੀ ਕਿਉਂ ਨਹੀਂ ਮੰਨੀ ਤੁਸੀਂ ਕਿਉਂ ਜਿੱਦ ਫੜੀ ਹੋਈ ਸੀ ਵੀ ਅਸੀਂ ਵਿਆਹ ਇੱਥੇ ਹੀ ਕਰਵਾਉਣਾ? ਨਹੀਂ ਜੀ, ਇਹ ਬੂਆ ਦੇ ਮੁੰਡੇ ਦੀ ਗੱਲ ਜੀ ਇਹਨਾਂ ਦੀ ਭੈਣ ਨਾਲ ਤੇ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਜੀ ਇਹਨਾਂ ਨੂੰ ਦੱਸਤਾ ਤਾਂ ਫਿਰ 2 ਸਾਲ ਪਹਿਲਾਂ ਦੱਸਤਾ ਤਾਂ ਜੀ ਇਹਨਾਂ ਨੂੰ। ਅੱਛਾ, ਇਹ ਮਤਲਬ ਕਿ ਤੁਹਾਡੇ ਵਿਆਹ ਤੋਂ ਪਹਿਲਾਂ ਦੀ ਗੱਲ? ਪਹਿਲਾਂ ਦੀ ਗੱਲ ਹੈ ਜੀ। ਤੇ ਉਹ ਤਾਂ ਕਹਿੰਦੇ ਜੀ ਇਹ ਬਦਲੇ ਦੀ ਭਾਵਨਾ ਦੇ ਨਾਲ ਮੁੰਡੇ ਨੇ। ਬਦਲੇ ਦੀ ਕੋਈ ਗੱਲ ਨਹੀਂ ਹੈਗੀ। ਹਾਂ ਨਾ ਜੀ, ਨਾਲੇ ਇਹਨਾਂ ਨੇ ਮੈਨੂੰ ਕੱਢ ਕੇ ਨਹੀਂ ਲਿਆਂਦਾ ਆਪ, ਇਹਨਾਂ ਨੇ ਮੈਨੂੰ ਘਰ ਤੇ ਬੇਦਖਲ ਕਰ ਦਿੱਤਾ ਜੀ। ਤਰੀਕ ਦੇਖ ਲਓ ਜੀ, 10ਵੀਂ ਤੁਹਾਡੇ ਘਰਦਿਆਂ ਨੇ ਤੁਹਾਨੂੰ ਘਰ ਤੋਂ ਬੇਦਖਲ ਕਰਤਾ ਤੇ ਕਹਿ ਦਿੱਤਾ ਵੀ ਜਿਹਦੇ ਨਾਲ ਜਾਣਾ ਜਾ। ਮੈਨੂੰ ਕੁੱਟ ਮਾਰ ਕੇ ਘਰ ਤੇ ਬਾਹਰ ਕੱਢਿਆ ਤਾਂ ਜੀ ਇਹਨਾਂ ਨੇ। ਇਸ ਗੱਲ ਪਿੱਛੇ ਕੱਢਿਆ ਸੀਗਾ ਜੀ ਵੀ ਹਾਂ ਤੂੰ ਕਿਉਂ ਦੱਸ ਰਹੀ ਆ ਉਹਨੂੰ ਇਹ ਗੱਲ ਵੀ ਹਾਂ ਸਾਡੀ ਕੁੜੀ ਉਹਨਾਂ ਦੇ ਮੁੰਡੇ ਨਾਲ ਰਹਿੰਦੀ ਹੈ ਤੇ ਇਹਦੀ ਭੂਆ ਜੀ ਸ਼ਾਇਦ ਪੁੱਛੋ ਜੀ ਇਹਨਾਂ ਨੂੰ ਮਿਲਾਉਂਦੀ ਸੀਗੀ ਇਹਦੇ ਸਾਹਮਣੇ। ਇਹਨੂੰ ਤਾਂ ਪਤਾ ਲੱਗਿਆ, ਇਹ 3 ਮਹੀਨੇ ਇੱਥੇ ਕਟਵਾ ਕੇ ਗਈ ਸੀ। ਉਹਨੇ ਆਪਰੇਸ਼ਨ ਕਰਵਾਇਆ ਤਾਂ। ਉਹਨੇ operation ਮਤਲਬ ਕਿ ਤੁਹਾਡੀ ਜਿਹੜਾ ਵਿਆਹ ਹੁੰਦਾ ਹੈ ਜੀ 28/10/2020 ਨੂੰ। ਹਾਂ, ਲੜਾਈਆਂ ਹੋ ਰਹੀਆਂ 2 ਸਾਲ ਪਹਿਲਾਂ ਤੋਂ। ਇਹ ਮੇਤੋਂ ਮਤਲਬ ਕਿ ਮੈਨੂੰ ਪਤਾ ਤਾਂ 2 ਸਾਲ ਦਾ ਜੀ, ਮੈਨੂੰ ਪਤਾ ਤਾਂ 2 ਸਾਲ ਦਾ ਤੇ ਉਸ ਤੋਂ ਪਹਿਲਾਂ ਕਦੋਂ ਦੀ ਚੱਲਦੀ ਹੈ ਕੁਝ ਕਹਿ ਨਹੀਂ ਸਕਦੇ, ਪਰ ਦੱਸਿਆ ਮੈਨੂੰ ਇਹਨਾਂ ਦੀ ਕੁੜੀ ਨੇ ਤਾਂ, ਕਿਉਂਕਿ ਇਹ ਮੌਜੂਦਾ ਉਸ ਟਾਈਮ ਰਹਿੰਦੀ ਸੀਗੀ ਉਹਨਾਂ ਕੋਲੇ। ਤੇ ਵੀਰ ਜਦੋਂ ਇਹ ਜਿਹੜੀ ਲੜਾਈ ਇਹਨਾਂ ਦੀ ਕੁੱਟਮਾਰ ਕੋਈ ਵੈਸੇ ਤਾਂ ਨਹੀਂ ਉਹ ਕਰਦੇ ਸੀ ਵੀ ਹਾਂ ਕੁੱਟੀ ਜਾਂਦੇ ਸੀ, ਕੁੱਟਮਾਰ ਤਾਂ ਇਹ ਕਹਿੰਦੇ ਇਸ ਕਰਕੇ ਕਰਦੇ ਸੀ ਵੀ ਨਹੀਂ ਉਸ ਮੁੰਡੇ ਨਾਲ ਵਿਆਹ ਨਹੀਂ ਕਰਵਾਉਣਾ। ਤੇ ਤੁਸੀਂ ਇਹਨੂੰ ਕਹਿ ਸਕਦੇ ਸੀ ਵੀ ਨਹੀਂ ਕਰਵਾਉਂਦੇ ਤਾਂ ਰਹਿਣ ਦੇ। ਮੈਂ ਕਹਿਤਾ ਸੀਗਾ ਸਰਪੰਚ ਸਾਹਿਬ ਨੂੰ, ਕਿਹਾ ਤਾਂ ਵੀ ਆਪਣੀ ਨੂੰ ਹਟਾ ਲਓ ਭਾਈ, ਹਟਾ ਸਕਦੇ ਆ। ਉਸ ਤੋਂ ਬਾਅਦ ਲਾਸਟ ਫੋਨ ਮੈਨੂੰ 28 ਤਰੀਕ ਨੂੰ ਆਇਆ, ਕਹਿੰਦੀ ਮੈਂ ਮਰ ਜਾਣਾ, ਛੇਤੀ ਆ ਜਾ, ਲੈ ਜਾ ਮੈਨੂੰ। ਇਹ ਬਿਮਾਰ ਕਿਹਾ ਮੈਂ ਤੁਸੀਂ ਹਾਂਜੀ ਕਿਹਾ ਤਾਂ ਜੀ, ਮੈਂ ਦਵਾਈ ਵੀ ਖਾ ਲਿੱਤੀ ਜੀ। ਕੱਕੜ ਹਸਪੀਟਲ ਜੀ, ਕੱਕੜ ਹਸਪਤਾਲ 'ਚ ਦਾਖਲ ਰਹੀ। ਮੁਰੰਡੇ? ਹਾਂਜੀ। ਅੱਛਾ ਅੱਛਾ। ਇਹ ਜਾਨੀ ਮਜਬੂਰੀ ਫਿਰ ਮੰਨ ਗਏ ਤੇ ਜੀ ਵੀ ਹਾਂ ਵੀ ਜੀ ਇੱਥੇ ਕਹੋਗੇ ਵੀ ਉੱਥੇ ਕਰ ਦੂੰਗੇ। ਬਾਅਦ ਵਿੱਚ ਜੀ ਫੇਰ ਮੁੱਕਰ ਗਏ, ਕਹਿੰਦੇ ਅਸੀਂ ਨਹੀਂ ਕਰਨਾ ਹੈਗਾ। ਫਿਰ ਜੀ ਇਹਨਾਂ ਨੇ ਮੈਨੂੰ ਘਰ ਤੇ ਬੇਦਖਲ ਕਰਤਾ। ਕਹਿੰਦੇ ਡੰਡੇ ਲੈ ਕੇ ਮੇਰੇ ਮਗਰ ਖੜ ਜਾਂਦੇ। ਇੱਕ ਚੀਜ਼ ਹੋਰ ਜੀ, ਜੇ ਇਹਨਾਂ ਨੂੰ ਇਤਰਾਜ਼ ਤਾਂ ਮੇਰੇ ਵਿਆਹ ਤੇ ਮੈਨੂੰ ਤਾਂ ਆਬਜੈਕਸ਼ਨ ਤਾਂ ਕੋਈ ਨਹੀਂ ਲਾਇਆ ਜੀ। ਲਾ ਸਕਦੇ ਤੇ ਨਾ ਪੰਚਾਇਤ, ਕਿਸ ਤਰ੍ਹਾਂ ਦੀ ਰਿਪੋਰਟ ਹੈ, ਕੋਈ ਪ੍ਰੂਫ ਪੇਸ਼ ਕਰੋ ਜੀ, ਦੱਸ ਸਕਦੇ ਹੋ। ਅੱਛਾ, ਪਰ ਜਿਹੜਾ ਇਹਨਾਂ ਨੂੰ ਰੋਕੀ ਜਾਣਾ ਉਹ ਵੀ ਇੱਕ ਤਰ੍ਹਾਂ ਦਾ ਆਬਜੈਕਸ਼ਨ ਹੀ ਹੈ। ਇਹ ਰੁਕ ਉਹ ਠੀਕ ਹੈ ਜੀ, ਮੈਂ ਕਿਹਾ ਤਾਂ ਸਰਪੰਚ ਸਾਹਿਬ ਕੋਲ ਖੜੇ ਪੁੱਛ ਲਓ, ਮੈਂ ਕਿਹਾ ਤਾਂ ਆਪਣੀ ਨੂੰ ਹਟਾ ਲਓ ਭਾਈ। ਮੈਨੂੰ ਕਹਿੰਦੇ ਤੂੰ ਫੋਨ ਦੇ ਕੇ ਜਾਂਦਾ ਇਹਨੂੰ, ਮੈਂ ਫੋਨ ਕਿੱਦਾਂ ਦੇ ਜੂੰਗਾ ਜੀ, ਐਡਾ ਬੜਾ ਬੰਦਾ ਮੈਂ, ਮੈਨੂੰ ਫੜ ਸਕਦੇ ਆ ਨਾ ਉਹ ਆਪਣੇ ਘਰਾਂ, ਕਿੰਨੇ ਤਾਂ ਜੀ ਆ, ਕਿਉਂ ਨਹੀਂ ਫੜਿਆ ਜੀ ਉਹਨਾਂ ਨੇ? ਮੈਂ ਕੋਈ ਫੋਨ ਨਹੀਂ ਦਿੱਤਾ ਜੀ ਇਹਨੂੰ, ਇਹੀ ਕਰਦੀ ਸੀਗੀ ਕਿਸੇ ਤਰ੍ਹਾਂ ਚੋਰੀ ਫੋਨ। ਸੋ ਜਿਹੜੀ ਇਹ ਗੱਲ ਹੈ, ਇਹ ਜਦੋਂ ਤੁਹਾਨੂੰ ਪਤਾ ਸੀ ਤਾਂ ਤੁਸੀਂ ਆਪਣੀ ਕੁੜੀ ਨੂੰ ਸਮਝਾਇਆ ਸੀ? ਬਹੁਤ ਸਮਝਾਇਆ ਜੀ, ਉਹਨੇ ਸਾਨੂੰ ਮੁੱਕਰ ਗਈ ਸੀਗੀ, ਕਹਿੰਦੀ ਮਾਫ ਕਰ ਦਿਓ ਵੀਰ ਜੀ, ਮੈਂ ਤੋਂ ਗਲਤੀ ਹੋ ਗਈ। ਸਾਨੂੰ ਤਾਂ ਇੱਧਰ ਵੀ ਪਰ ਨਹੀਂ, ਉਹਨੂੰ ਹਟੀ ਨਹੀਂ ਨਾ, ਉਹਨੇ ਹਟਣ ਦਿੱਤੀ। ਉਹਨੇ ਜਿਵੇਂ ਇਹਨੇ ਆਪਣੇ ਘਰਦਿਆਂ ਨੂੰ ਕਿਹਾ ਸੀ ਵੀ ਚਾਹੇ ਜੋ ਮਰਜ਼ੀ ਹੋ ਜੇ ਮੈਂ ਤਾਂ ਉੱਥੇ ਵਿਆਹ ਕਰਾਉਣਾ, ਉਹਨੇ ਗੱਲ ਨਹੀਂ ਕਹੀ, ਉਹਨੇ ਸਾਨੂੰ ਭੁਲੇਖੇ ਚ ਜੇ ਉਹ ਇਹ ਗੱਲ ਕਹਿ ਦਿੰਦੀ ਫਿਰ ਤੁਸੀਂ ਵਿਆਹ ਕਰਵਾਉਂਦੇ ਕਿ? ਹਾਂਜੀ, ਫਿਰ ਅਸੀਂ ਆਪਣੇ ਕਹਿੰਦੇ ਵਾਰਿਸ ਕਰ ਦੇਣੀ ਸੀ, ਵੀ ਬੇਦਖਲ ਕਰ ਦੇਣੀ ਸੀ। ਜੇ ਮੈਂ ਇਹਨੂੰ ਕਰਤਾ ਤਾਂ ਫਿਰ ਕਰਵਾ ਸਕਦੀ ਸੀ, ਫਿਰ ਅਸੀਂ ਐਲੀਗੇਸ਼ਨ ਲਾਉਣ ਜੋਗੇ ਜਾਂ ਤਾਂ ਨਹੀਂ ਰਹੇ ਤੇ, ਆਬਜੈਕਸ਼ਨ ਲਾਉਣ ਜੋਗੇ ਨਹੀਂ ਰਹਿ ਗਏ ਤੇ। ਅਸੀਂ ਕਿਉਂ ਰੌਲਾ ਪਾਉਣਾ ਤੇ ਇਸ ਗੱਲ ਦਾ? ਮੇਰੇ ਫਾਦਰ ਸਾਹਿਬ ਨੇ ਪੁੱਛਿਆ ਵੀ ਸੀਗਾ 2-4 ਦਿਨ ਪਹਿਲਾਂ, ਕਹਿੰਦਾ ਦੱਸ ਵੀ ਕਿਤੇ ਵਿਆਹ ਕਰਾਉਣਾ ਚਾਹੁੰਦੀ ਆ? ਕਹਿੰਦੀ ਨਹੀਂ, ਜਿੱਥੇ ਤੇਰਾ ਦਿਲ ਕਰੂੰ ਡੈਡੀ ਕਰਦੀ। ਮਤਲਬ ਕਿ ਸਾਡੇ ਨਾਲ ਫਰਾਡ ਹੋਇਆ ਜੀ।
ਉਹ ਕੁੜੀ ਨੇ ਫਰਾਡ ਕਰਿਆ ਸਾਡੇ ਨਾਲ। ਤੇ ਇਹਨਾਂ ਦੇ ਇਸ ਟਾਈਮ ਜਿਹੜੇ ਸਾਡੇ ਤੇ ਐਲੀਗੇਸ਼ਨ ਲਾ ਰਹੇ ਆ ਉਹ ਸਾਰੇ ਗਲਤ ਹੈ। ਜਿਹੜੀ ਚੀਜ਼ ਦਾ ਪ੍ਰੂਫ ਚ ਉਹਨੂੰ ਚਾਹੀਦਾ। ਚਲੋ ਠੀਕ ਹੈ, ਉਹ ਕਹਿੰਦੇ ਸਾਨੂੰ ਕੋਈ ਇੰਨਾ, ਸਾਨੂੰ ਇਹ ਕਹਿੰਦੇ ਵੀ ਸਾਨੂੰ ਵਿਆਹ ਦਾ ਵੀ ਇੰਨਾ ਨਹੀਂ, ਵੀ ਇਹਨਾਂ ਦਾ ਦੋਹਾਂ ਦਾ ਹੋ ਗਿਆ, ਕਿਉਂਕਿ ਆਮੋ ਸਾਹਮਣੇ ਨਹੀਂ ਸੀ ਗੇਟ, ਦੂਰ ਸੀ। ਚਲੋ ਤੁਸੀਂ ਤਾਂ ਮਰਿੰਡੇ ਤੋਂ ਲੈ ਕੇ ਆਏ, ਉਹ ਕਹਿੰਦੇ ਇੰਨਾ ਸਾਨੂੰ ਉਹ ਨਹੀਂ। ਸਾਨੂੰ ਕਹਿੰਦੇ ਸਾਨੂੰ ਦੁੱਖ ਇਸ ਗੱਲ ਦਾ, ਵਿਆਹ ਤੋਂ ਬਾਅਦ ਕਹਿੰਦਾ ਵੀ ਆ ਲੋ ਧਰਤੀ ਤੁਹਾਡੀ ਲਾਤੀ ਤੁਹਾਡੇ ਮੋਹਰ, ਤੇ ਨਾਲੇ ਤੂੰ ਜੀਜਾ ਕਹਾਉਂਦੇ ਸੀ ਤੁਸੀਂ। ਵਿਆਹ ਤੋਂ ਬਾਅਦ ਹਾਂਜੀ, ਇਸ ਟਾਈਮ ਸਰਪੰਚ ਇੱਥੇ ਮੌਜੂਦ ਹੈ ਨਾ ਜੀ, ਤੁਸੀਂ ਉਹਨਾਂ ਨੂੰ ਪੁੱਛੋ ਜੀ ਇਹ ਗੱਲ। ਮੈਂ ਕੁਝ ਨਹੀਂ ਕਹਿ ਸਕਦਾ, ਮੈਂ ਤਾਂ ਝੂਠ ਵੀ ਬੋਲ ਸਕਦਾ। ਤੁਸੀਂ ਸੱਚਾਈ ਉਹਨਾਂ ਤੋਂ ਪੁੱਛ ਲਓ ਵੀ ਹਾਂ ਵਿਆਹ ਤੋਂ ਬਾਅਦ ਕੋਈ ਕਿਸੇ ਤਰ੍ਹਾਂ ਦੀ ਲੜਾਈ ਹੋਈ ਆ। ਸਰਪੰਚ ਸਾਹਿਬ ਹਾਂਜੀ, ਨਹੀਂ ਇਸ ਤਰ੍ਹਾਂ ਦਾ ਕੋਈ ਮਸਲਾ ਤਾਂ ਨਹੀਂ ਆਇਆ ਵਿਆਹ ਤੋਂ ਬਾਅਦ ਇਹਨਾਂ ਪਰਿਵਾਰਾਂ ਦਾ, ਇਹਨਾਂ ਦੀ ਆਪਸੀ ਲੜਾਈ? ਕੋਈ ਮਸਲਾ ਨਹੀਂ ਹੈ ਜੀ, ਕੋਈ ਨਹੀਂ ਦੋਵਾਂ ਦੇ। ਵਿਆਹ ਤੋਂ ਪਹਿਲਾਂ ਦੀਆਂ ਲੜਾਈਆਂ? ਵਿਆਹ ਤੋਂ ਪਹਿਲਾਂ ਲੜਾਈ, ਵਿਆਹ ਤੋਂ ਕੋਈ ਮਸਲਾ ਮੇਰੇ ਪਾਸ। ਵਿਆਹ ਤੋਂ ਬਾਅਦ ਕੋਈ ਜਾਂ ਐਵੇਂ ਦੇ ਤੁਹਾਡੇ ਕੋਲ ਮਸਲਾ ਆਇਆ ਹੋਵੇ ਵੀ ਜੀਜਾ ਕਹਾਉਂਦਾ ਜੀ ਜਾਂ ਕੁਝ? ਨਹੀਂ, ਮੇਰੇ ਕੋਲ ਕੋਈ ਮੈਟਰ ਕੋਈ ਹੈ ਨਹੀਂ, ਕੋਈ ਗੱਲ ਨਹੀਂ ਹੋਈ ਮੇਰੇ ਕੋਲ ਜੀ। ਤੇ ਇੱਕ ਹੋਰ ਐਲੀਗੇਸ਼ਨ ਹੈ ਵਿੱਕੀ ਤੇਰੇ ਤੇ ਭਰਾ, ਵੀ ਤੂੰ ਯਾਰ ਬਹੁਤ ਤੇਜ਼ ਧਾਰ ਹਥਿਆਰ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਵਾਰ ਕਰਦਾ, ਗੁੱਟ ਤੱਕ ਲਾ ਦਿੰਦਾ ਕਹਿੰਦੇ। ਨਹੀਂ ਗੱਲ ਐਦਾਂ ਹੈ ਜੀ, ਜਦੋਂ ਹੁਣ ਦੁਸ਼ਮਣੀ ਤਾਂ ਮੇਰੀ ਇਹਨਾਂ ਨਾਲੇ ਤੀ ਨਾ, ਹੋਰ ਨਾਲ ਤਾਂ ਨਹੀਂ ਤੀ। ਹੁਣ ਜਦ ਕੋਈ ਸਾਡੇ ਨਾਲ ਅੰਦਰ ਵੜ ਕੇ ਢਿੱਡ 'ਚ ਵੜ ਕੇ ਕਿਸੇ ਤਰ੍ਹਾਂ ਦੀ ਗਲਤੀ ਕਰੂੰਗਾ, ਉਸ ਬੰਦੇ ਨਾਲ ਲੜਾਈ ਝਗੜਾ ਤਾਂ ਹੋਊਗਾ। ਹੁਣ ਲੜਾਈ ਝਗੜਾ ਮੈਂ ਸਭ ਕੁਝ ਜਾਇਜ਼ ਹੀ ਹੁੰਦਾ ਜੀ। ਉਹ ਲੜਾਈ ਕਿਉਂ ਹੁੰਦੀ ਹੈ, ਮਤਲਬ ਕਿ ਕੀ ਕਰਨਾ ਹੈ? ਚਲੋ ਮੈਟਰ ਮਤਲਬ ਕਿ ਉਹ ਨਾ ਸਮਝੀ 'ਚ ਬੰਦਾ ਕਰ ਗਿਆ। ਹਾਂ, ਕੋਈ ਉਹ ਤੋਂ ਬੜਾ ਇਸ਼ੂ ਨਹੀਂ ਹੈਗਾ ਇਸ ਗੱਲ ਦਾ। ਉਹਦੇ ਨਾਲ ਮੇਰਾ ਪਿਆਰ ਸੀਗਾ ਵਾ, ਪਿਆਰ 'ਚ ਉਹ ਗਲਤੀ ਕਰ ਗਿਆ, ਉਹਨਾਂ ਨਾਲ ਲੜ ਪਿਆ। ਜੇ ਮੈਂ ਕਿਤੇ ਐਲੀਗੇਸ਼ਨ ਜਾਣ ਕੇ ਆਪਣੀ ਤੀਮੀ ਨੂੰ ਕਹਿੰਦਾ ਹੋਵੇ, ਜਿੱਦਾਂ ਉਹਨੇ ਕਿਹਾ ਬੰਦੇ ਨੇ ਵੀ ਹਾਂ ਉਹ ਕਹਿੰਦਾ ਪਹਿਲਾਂ ਜੀ, ਜਾਂ ਤੁਸੀਂ ਆਪਣੀ ਭੈਣ ਨੂੰ ਮੂਹਰੇ ਕਰਦੇ ਹੋ ਜਾਂ ਤੀਮੀ ਨੂੰ ਮੂਹਰੇ ਕਰਦੇ ਹੋ। ਮੇਰੀ ਦੁਸ਼ਮਣੀ ਤਾਂ ਇਹਨਾਂ ਨਾਲ ਸੀ ਨਾ, ਮੈਂ ਇਹਨਾਂ ਦੇ ਮਾਰ ਕੇ ਫਿਰ ਇਹਨੂੰ ਮੂਹਰੇ ਕਰਦਾ। ਮੈਂ ਇਹਨਾਂ ਨਾਲ ਕਿਉਂ ਨਹੀਂ ਕਰਿਆ, ਉਹਦੇ ਨਾਲ ਕਾਹਤੇ ਕਰਿਆ? ਕਿਉਂਕਿ ਗਲਤੀ ਉਸੇ ਦੀ ਤੀ, ਜਿਹਦੀ ਗਲਤੀ ਹੁੰਦੀ ਉਹਦੇ ਨਾਲ ਲੜ ਹੁੰਦਾ। ਕਿਸੇ ਨਾਲ ਬਗਾਨਿਆਂ ਨਾਲ ਲੜ ਲੂੰਗਾ, ਕੋਈ ਨਹੀਂ ਲੜ ਸਕਦਾ ਹੈਗਾ। ਬਾਕੀ ਮੈਨੂੰ ਪ੍ਰੂਫ ਕਰ ਦੇਵੇ ਵੀ ਹਾਂ ਕੁਝ ਹੋਰ ਪਿੰਡ ਮੈਂ ਹੋਰ ਕਿਸੇ ਨਾਲ ਲੜਾਈ ਹੋਈ ਹੋਵੇ ਮੇਰੀ। ਦੋਏ ਬੰਦੇ ਬੋਲੇ ਸੀ ਉੱਥੇ, ਇੱਕ ਕਿਰਪਾਨਾਂ ਵਾਲਾ ਤੇ ਇੱਕ ਇਹੀ ਹੈ ਪਰਿਵਾਰ। ਕਿਉਂਕਿ ਅਸੀਂ ਤਾਂ ਦੇਖੋ, ਅਸੀਂ ਆਏ ਸੀ ਜੈਪਾਲ ਸਿੰਘ ਹੋਰਾਂ ਦੇ ਕੋਲ ਵੀ ਯਾਰ ਇਹ ਗੱਲ ਬਹੁਤ ਮਾੜੀ ਹੈ, ਕਿਉਂਕਿ ਠੀਕ ਹੈ ਸਾਨੂੰ ਕਾਨੂੰਨ ਆਜ਼ਾਦੀਆਂ ਇਹਨਾਂ ਚੀਜ਼ਾਂ ਦੀਆਂ ਦਿੰਦਾ ਏ, ਪਰ ਉਸ ਪਿਓ ਦੇ ਉੱਤੇ ਕੀ ਬੀਤਦੀ ਹੋ ਗਈ ਹੈ ਨਾ, ਜਿਹਨਾਂ ਛੋਟੇ ਬੱਚਿਆਂ ਨੂੰ, ਬੱਚੀ ਦਾ ਮੋਹ ਬਹੁਤ ਹੁੰਦਾ ਬਾਈ। ਔਰ ਇਹਨੇ ਸਮਾਜ ਨੂੰ ਕੀ ਕੋਈ ਮੈਸੇਜ ਤਾਂ ਨਹੀਂ ਦਿੱਤਾ? ਬਹੁਤ ਲੋਕ ਕਹਿੰਦੇ ਆ ਵੀ ਤੁਸੀਂ ਕਿਸੇ ਦਾ ਪਰਸਨਲ ਇਸ਼ੂ ਕਿਉਂ ਚੱਕਦੇ ਹੋ? ਵੀ ਯਾਰ ਇੰਟਰਨੈਸ਼ਨਲ ਲੈਵਲ ਤੇ ਜਦੋਂ ਇੱਕ ਵੀਡੀਓ ਵਾਇਰਲ ਹੋਈ ਹੈ ਬਹੁਤ ਜ਼ਿਆਦਾ, ਤੇ ਉਹਦਾ ਕਿਸੇ ਦਾ ਪਰਿਵਾਰਕ ਜਿਹੜਾ ਇਸ਼ੂ ਹੈਗਾ ਉਹ ਜਦੋਂ ਸਮਾਜ ਨੂੰ ਪ੍ਰਭਾਵਿਤ ਕਰਨ ਲੱਗ ਜੇ, ਨਹੀਂ ਤਾਂ ਲੱਖਾਂ ਸਿੰਗਰ ਲੜੀ ਜਾਂਦੇ ਆਪਸ ਦੇ ਵਿੱਚ, ਪਰਸਨਲ ਲੜਾਈਆਂ ਇਹਨਾਂ ਦੀਆਂ ਅਸੀਂ ਤਾਂ ਕਦੇ ਨਹੀਂ ਦਿਖਾਉਂਦੇ, ਪਰ ਇਹ ਇਸ਼ੂ ਬਣਿਆ। ਅਸੀਂ ਆਏ ਸੀ ਸਰਪੰਚ ਸਾਹਿਬ ਕੋਲ ਤੇ ਆਏ ਸੀ ਜੈਪਾਲ ਸਿੰਘ ਹੋਰਾਂ ਕੋਲ, ਪਰ ਤੁਸੀਂ ਕਿੱਥੇ ਚਲ ਗਏ ਸੀ ਵੀਰ? ਮੈਂ ਜੀ, ਮੇਰੇ ਕੁਝ ਰਿਸ਼ਤੇਦਾਰ ਹੁੰਦੇ ਆ ਤੁਹਾਨੂੰ ਪਤਾ ਰਿਲੇਟਿਵ, ਉਹਨਾਂ ਨੇ ਮੈਨੂੰ ਮਤਲਬ ਕਿ ਰੋਕਿਆ, ਕਹਿੰਦੇ ਵੀ ਪਿੰਡ ਨਹੀਂ ਜਾਣਾ, ਤੂੰ ਅੱਜ ਇੱਥੇ ਰੁਕ ਸਾਡੇ ਕੋਲੇ। ਉਹਨਾਂ ਨੇ ਜ਼ਬਰਦਸਤੀ ਜੀ ਕਰੀ, ਫਿਰ ਸਾਨੂੰ ਰਹਿਣਾ ਪੈ ਗਿਆ। ਉਹ ਕਹਿੰਦੇ ਸਾਡੇ ਨਾਲ ਕੋਈ ਵੱਡੀ ਵਾਰਦਾਤ ਵੀ ਹੋ ਸਕਦੀ, ਸਾਨੂੰ ਡਰ ਹੈ ਜੀ। ਵਾਰਦਾਤ ਤਾਂ ਜੀ ਹੁਣ ਦੇਖੋ ਜੀ, ਪ੍ਰੋਟੈਕਸ਼ਨ ਉਹਨਾਂ ਦੇ ਕੋਲ ਹੈ। ਹੁਣ ਤਾਂ ਸਿਰਫ ਉਹ ਇੱਕ ਇਸ਼ੂ ਬਣਾ ਰਹੇ ਆ ਵੀ ਹਾਂ ਇਹਨੂੰ ਕਿਸੇ ਤਰ੍ਹਾਂ ਦਬਾ ਲਈਏ, ਕੋਈ ਕੰਮ ਕਰਾ ਦਈਏ, ਕੋਈ ਹੋਰ ਲਿਖਤ ਪੜਤ ਕਰਾ ਦਈਏ ਜਾਂ ਅੰਦਰ ਕਰਾ ਦਈਏ, ਇਹ ਚਾਹੁੰਦੇ ਆ ਉਹ। ਬਾਕੀ ਰਹੀ ਗੱਲ ਜੀ, ਮੈਂ ਕਿਸੇ ਤਰ੍ਹਾਂ ਦਾ ਕੋਈ ਦਾਅਵਾ ਨਹੀਂ ਕਰਦਾ। ਬਾਕੀ ਸਮੇਂ ਦਾ ਕੁਝ ਨਹੀਂ ਪਤਾ ਹੁੰਦਾ, ਕਦ ਕਿਸੇ ਤਰ੍ਹਾਂ ਕਿਆ ਹੋ ਜਾਣਾ, ਮੈਂ ਕੁਝ ਨਹੀਂ ਕਹਿ ਸਕਦਾ ਇਹ ਬਾਰੇ। ਮਤਲਬ ਕਿ ਚੇਤਾਵਨੀ ਦਿੰਦੇ ਹੋ ਜੀ, ਧਮਕੀ? ਚੇਤਾਵਨੀ ਨਹੀਂ ਹੈ ਇਹ, ਮਤਲਬ ਸਮਾਂ ਹੈ ਜੀ ਇਹ। ਸਾਂ ਦਾ ਭਰੋਸਾ ਕਿਸੇ ਨੂੰ, ਮਰਨਾ ਸੱਚ ਹੈ, ਜੰਮਣਾ ਝੂਠ ਹੈ। ਹੁਣ ਇਹਦੇ ਵਿੱਚ ਸਾਰੇ ਕਿਸੇ ਵੀ ਤਰ੍ਹਾਂ ਕੁਝ ਵੀ ਹੋ ਜਾਵੇ, ਹੁਣ ਮੇਰਾ ਹੀ ਥੋੜੀ ਨਾਮ ਲੱਗੂਗਾ। ਹਾਂਜੀ, ਅਸੀਂ ਕੁਝ ਨਹੀਂ ਕਰਨਾ ਚਾਹੁੰਦੇ ਜੀ। ਅਸੀਂ ਨਾ ਕੋਈ ਉਹਨਾਂ ਨੂੰ, ਉਹ ਜਦੋਂ ਸਾਡੀ ਧੀ ਨਹੀਂ ਰਹੀ ਅਸੀਂ ਕੀ ਕਰਨਾ? ਉਹ ਮੁੰਡਾ, ਅੱਛਾ ਮੈਨੂੰ ਇਹ ਵੀ ਦੱਸੋ ਵੀ ਉਹ ਮੁੰਡਾ ਕੰਮ ਕੀ ਕਰਦਾ ਸੀ ਜਿਹੜਾ ਉਹਨੇ ਹੁਣ ਮਿਲ ਕੇ ਕੰਮ? ਤਾਂ ਜੀ ਗੋਹਾ ਕੂੜਾ ਚੱਕਦਾ ਤਾ ਜੀ। ਹਾਂਜੀ, ਗੋਹਾ ਕੂੜਾ ਚੱਕਦਾ ਤਾ ਜੀ, ਜਾਂ ਘਰ ਬਸ ਕੰਡਾ ਲਿਆਉਂਦਾ ਜਾਂ ਗੋਹਾ ਕੂੜਾ ਚੱਕਦਾ ਡੰਗਰਾਂ ਦਾ, ਹੋਰ ਕੋਈ ਕੰਮ ਨਹੀਂ ਕਰਦਾ ਜੀ ਉਹ ਤਾਂ ਸਾਡੀ ਕੁੜੀ ਬੇਵਕੂਫ ਦੇਖੀ ਜਿਹੜੀ ਮਗਰ ਲੱਗ ਕੇ ਚਲੇਗੀ। ਉਹ ਆਪਣੀ ਜ਼ਿੰਦਗੀ ਤੇ ਹੱਥ ਧੋ ਲਏ ਉਹਨੇ, ਸਾਡੇ ਵਾਸਤੇ ਅਸੀਂ ਮਰ ਗਈ ਜੀ, ਅਸੀਂ ਉਹਦੇ ਵੱਲੋਂ ਮਰ ਗਏ, ਅਸੀਂ ਕੁਝ ਨਹੀਂ। ਆਵੇ ਨਾ ਕੁੜੀ ਸਾਡੇ ਦੁਖੀ ਰਹੇ ਸੁਖੀ ਰਹੇ। ਉਹਨੇ ਦਰਅਸਲ ਸਾਡੀ ਬਹੂ ਨੂੰ ਇਹ ਕਿਹਾ ਤਾਂ ਇਹਦੇ ਘਰਦਿਆਂ ਨੇ, ਕਹਿੰਦੇ ਵੀ ਜੇ ਤੂੰ ਮੁੰਡੇ ਦੇ ਕੋਲ ਚਲੇਗੀ ਨਾ ਤਾਂ ਅਸੀਂ ਉਹਨਾਂ ਦੀ ਕੁੜੀ ਲਿਆਉਣੀ ਹੈ, ਕੁੜੀ ਲਿਆ ਕੇ ਨਾ 10 ਦਿਨ ਰੱਖ ਕੇ, ਮਹੀਨਾ ਰੱਖ ਕੇ ਅਸੀਂ ਕੱਢ ਦੇਣੀ ਘਰ ਤੇ। ਅਸੀਂ ਕੋਈ ਜ਼ਿੰਮੇਵਾਰ ਨਹੀਂ ਜੀ ਇਸ ਗੱਲ ਦੇ। ਅਸੀਂ ਜ਼ਿੰਮੇਵਾਰ ਨਹੀਂ, ਸਾਡੀ ਕੁੜੀ ਨੂੰ ਜੇ ਉਹਨਾਂ ਨੇ ਕੱਢ ਦਿੱਤਾ ਅਸੀਂ ਆਪਣੇ ਦਰਵਾਜ਼ੇ ਨਹੀਂ ਵਾੜਨੀ, ਉਹਦੇ ਮਾਂ-ਬਾਪ ਉਹ ਜ਼ਿੰਮੇਵਾਰ ਹੋਊਗਾ ਮੁੰਡਾ। ਦੇਖੋ ਇਹ ਚੀਜ਼ਾਂ ਹੁਣ ਜਿਸ ਤਰ੍ਹਾਂ ਉਹ ਕਹਿੰਦੇ ਨੇ, ਜੇ ਇਹ ਗੱਲ ਸੱਚੀ ਹੋ ਜਾਂਦੀ ਤੀ, ਉਹ ਦੇਖੋ ਤੁਸੀਂ 20-20 ਸਾਲ 25-25 ਸਾਲ ਆਪਣੇ ਘਰ ਰਹਿੰਦੀਆਂ ਤੇ 20-25 ਦਿਨਾਂ ਦੇ ਵਿੱਚ ਕੋਈ ਅਜਿਹੀ ਘਟਨਾ ਹੋ ਜੇ ਤਾਂ ਇਹ ਚੰਗੀ ਗੱਲ ਨਹੀਂ ਹੈਗੀ। ਤਾਂ ਅਸੀਂ ਸਾਰੀਆਂ ਧੀਆਂ ਨੂੰ ਕਹਿੰਦੇ ਆ, ਉਹ ਸਾਰੇ ਪੁੱਤਾਂ ਨੂੰ ਕਹਿੰਦੇ ਆ, ਹੁਣ ਇਹ ਧੀ ਜੋ ਕੰਮ ਹੋਇਆ, ਧੀ ਨੇ ਆਪਣੇ ਬਾਪ ਦੀ ਪੱਗ ਨੂੰ ਦਾਗ ਤਾਂ ਦੇ ਗਿਆ, ਪਰ ਲਾਇਆ ਕਿਉਂ ਹੈ? ਮੁੰਡੇ ਕਰਕੇ ਲੱਗਿਆ। ਇਹ ਵੀ ਮਰਦ ਪ੍ਰਧਾਨ ਸਮਾਜ, ਅਸੀਂ ਕਦੇ ਨਹੀਂ ਕਹਿੰਦੇ ਵੀ ਮਰਦ ਸਮਾਜ ਪ੍ਰਧਾਨ ਸਮਾਜ ਕਰਕੇ ਅਸੀਂ ਹਮੇਸ਼ਾ ਧੀਆਂ ਨੂੰ ਦਿੰਦੀ ਜਾਈਏ। ਉਨਾ ਹੀ ਦੋਸ਼ੀ ਉਹ ਹੈ ਜਦੋਂ ਯਾਰ ਪਰਿਵਾਰ ਦੀ ਸਹਿਮਤੀ ਨਹੀਂ ਹੈ,
ਤੇ ਤੁਸੀਂ ਇਹ ਜਿਹੇ ਕੰਮ ਕਿਉਂ ਕਰਦੇ ਹੋ? ਠੀਕ ਹੈ, ਤੁਹਾਨੂੰ ਕਾਨੂੰਨ ਆਜ਼ਾਦੀ ਦਿੰਦਾ, ਤੁਸੀਂ ਕਰਵਾ ਲਿਆ ਹੁਣ, ਪਰ ਸਾਡਾ ਧਰਮ, ਸਾਡੀਆਂ ਪਰੰਪਰਾਵਾਂ, ਸਾਡਾ ਸੱਭਿਆਚਾਰ, ਸਾਡੇ ਰੀਤੀ ਰਿਵਾਜ ਇਹ ਚੀਜ਼ਾਂ ਨੂੰ ਨਹੀਂ ਮਾਨਤਾ ਦਿੰਦੇ। ਇਸ ਕਰਕੇ ਅਸੀਂ ਕੱਲ ਵੀ ਸਤਿਕਾਰ ਨਹੀਂ ਸੀ ਇੰਨਾ ਦੇ ਰਹੇ। ਬਹੁਤ ਲੋਕ ਕਹਿੰਦੇ ਜੀ ਵੀ ਸਤਿਕਾਰ ਦਿਓ ਜੀ, ਵਿਆਹ ਕਹੋ ਜੀ, ਇਹ ਵਿਆਹ ਹੋਇਆ, ਵਿਆਹ ਇਸ ਤਰ੍ਹਾਂ ਨਹੀਂ ਸਾਡੇ ਧਰਮ ਦਾ। ਬਾਕੀ ਵਿਆਹ ਕਰਾਉਣ ਦੀ ਮੇਨ ਮੁੱਦਾ ਇਹ ਤਾਂ ਜੀ, ਮੇਰਾ ਕੋਈ ਇਰਾਦਾ ਨਹੀਂ ਤਾਂ ਇਸ ਟਾਈਮ ਵਿਆਹ ਕਰਾਉਣ ਦਾ। ਜਿਸ ਟਾਈਮ ਮੇਰਾ ਵਿਆਹ ਹੋਇਆ ਉਹ ਤਾਂ ਮੈਨੂੰ ਇਹਨੇ ਕਿਹਾ ਫੋਨ ਕਰਕੇ, ਕਹਿੰਦੀ ਵੀ ਮੈਂ ਤੈਨੂੰ ਇਹ ਗੱਲ ਦੱਸ ਕੇ ਪਛਤਾ ਰਹੀ ਹਾਂ। ਮੈਂ ਕਿਹਾ ਕਿਆ ਹੋਇਆ, ਕਿਆ ਚੱਕਰ? ਕਹਿੰਦੀ ਵੀ ਮੈਨੂੰ ਹੁਣ ਪਰੇਸ਼ਾਨੀ ਮਿਲ ਰਹੀ ਹੈ, ਮੈਨੂੰ ਮੇਰੇ ਘਰ ਦੇ ਬਹੁਤ ਟੌਰਚਰ ਕਰ ਰਹੇ ਆ। ਮੈਂ ਕਿਆ ਕਰਾਂ ਹੁਣ, ਮੈਨੂੰ ਦੱਸ। ਤੁਸੀਂ ਉਹ ਦੱਸਦਿਆ ਸੀ ਵੀ ਇਹਨਾਂ ਦੀ ਆਪਸ ਦੇ ਵਿੱਚ, ਇਹਨਾਂ ਦੀ ਭੈਣ ਦੀ ਤੇ ਉਹ ਮੁੰਡੇ ਦੀ ਗੱਲਬਾਤ ਹੈ, ਤੁਹਾਨੂੰ ਪਤਾ ਲੱਗ ਗਿਆ ਸੀ? ਹਾਂਜੀ ਮੈਨੂੰ ਲੱਗ ਗਿਆ ਤਾਂ ਪਤਾ। ਬੂਆ ਮਲਾਉਂਦੀ ਤੇ ਜਦ ਘਰ ਬੁਲਾ ਕੇ ਕੁੜੀ ਨੂੰ। ਹੁਣ ਤੁਸੀਂ ਖੁਸ਼ ਹੈ ਕਿ ਤੁਹਾਨੂੰ ਟੌਰਚਰ ਕਰਕੇ ਤਾਂ ਨਹੀਂ ਇਹ ਸ਼ਬਦ ਬੁਲਾਏ ਜਾ ਰਹੇ? ਨਹੀਂ ਜੀ, ਮੈਂ ਤੁਹਾਡੇ ਬਿਆਨ ਆਜ਼ਾਦੀ ਨਾਲ ਦੇ ਰਹੇ ਹੋ ਹਾਂਜੀ। ਕਿ ਕਿਤੇ ਵਿੱਕੀ ਨੇ ਤਾਂ ਨਹੀਂ ਕਿ ਤੁਹਾਨੂੰ? ਨਹੀਂ ਜੀ, ਕੁਛ ਨਹੀਂ ਕਹਿੰਦੇ। ਕਹਿੰਦੀ ਤੁਸੀਂ ਚੁੱਪ ਰਹੋ, ਮੈਂ ਆਪੇ ਹਾਂਜੀ। ਦਊਂਗੀ। ਨਹੀਂ, ਇਹ ਗੱਲ ਤੁਸੀਂ ਇਸ ਕੱਲੀ ਤੋਂ ਹੀ ਨਹੀਂ ਪੁੱਛ ਸਕਦੇ ਵੀ ਇਹਨੂੰ ਟੌਰਚਰ ਕੀਤਾ ਜਾ ਸਕਦਾ। ਇਹਦੇ ਆਂਢੀ ਗੁਆਂਢੀ ਵੀ ਦੱਸ ਸਕਦੇ ਆ। ਵੈਸੇ ਇਸ ਚੀਜ਼ ਦੀ ਲੋੜ ਤਾਂ ਹੈ ਨਹੀਂ ਭਾਜੀ, ਆਪਾਂ ਤਾਂ ਚਲੋ ਇਹਦੇ ਆਪਣੇ ਬਿਆਨ ਹੈ। ਉਹਨਾਂ ਨੂੰ ਤਾਂ ਨਹੀਂ ਮੈਂ ਭੜਕਾ ਸਕਦਾ, ਇਹਨੂੰ ਹੀ ਭੜਕਾ ਲੂੰਗਾ ਜੇ ਭੜਕਾ ਲੇਗਾ। ਉਹਨਾਂ ਨੂੰ ਤਾਂ ਨਹੀਂ ਭੜਕਾ ਸਕਦਾ। ਇਹ ਤੁਸੀਂ ਪ੍ਰੂਫ ਕਰ ਸਕਦੇ ਹੋ ਜਾਂ ਉਹ ਪ੍ਰੂਫ ਕਰ ਦੇਣ। ਇਹ ਫਿਰ ਜਦੋਂ ਵਿਆਹ ਤੁਹਾਡਾ ਹੋ ਜਾਂਦਾ ਪਿੰਡ, ਉੱਥੇ ਸਰਪੰਚ ਦੇ ਨਾਲ ਵੀ ਹੈਗੀ? ਹਾਂ, ਸਰਪੰਚ ਨੂੰ ਕਿਹਾ ਸੀਗਾ ਜੀ। ਸਰਪੰਚ ਨੂੰ ਇਹਨੇ ਮੈਡਮ ਨੇ ਕਿਹਾ ਦਾ। ਉਹਨੇ ਪੁੱਛਿਆ ਹੁਣ ਆ ਕੇ ਵੀ ਹਾਂ ਤੂੰ ਕਿਆ ਚਾਹੁੰਦੀ? ਉਹ ਕਹਿੰਦੀ ਮੈਂ ਤਾਂ ਵਿਆਹ ਕਰਾਉਣਾ, ਉਹਦੇ ਨਾਲ ਹੀ ਕਰਾਉਣਾ। ਉਹ ਕਹਿੰਦਾ ਠੀਕ ਹੈ ਭਾਈ। ਬਾਕੀ ਉਹ ਆਏ ਵੀ ਨਹੀਂ ਹੈਗੇ ਸਾਡੇ ਕੋਲੇ ਵਾਪਸ। ਉਹ ਕਹਿੰਦੇ ਵੀ ਠੀਕ ਹੈ, ਵਧੀਆ ਹੋਇਆ। ਬਾਅਦ ਚ ਮੇਰੀ ਸੱਸ ਨੇ ਪੁੱਛਿਆ ਸੀਗਾ ਉਹਨਾਂ ਨੂੰ, ਆਪਣੇ ਪਿੰਡ ਦੇ ਬੰਦੇ ਬੁਲਾਏ ਤੇ ਜੀ ਵੀ ਚਲੋ ਅਸੀਂ ਸਹਿਮਤ ਹਾਂ, ਇਹਨਾਂ ਦਾ ਵਿਆਹ ਕਰਵਾ ਦਿਓ। ਇਹਦੇ ਪਿਓ ਨਾਲ ਗੱਲਬਾਤ ਕਰੀ। ਉਹ ਕਹਿੰਦਾ ਵੀ ਮੈਨੂੰ 10 ਦਿਨ ਦੇ ਦਿਓ, 10 ਦਿਨ ਦੇ ਦਿਓ, 15 ਦਿਨ ਦੇ ਦਿਓ। ਉਹ ਸਾਨੂੰ ਮਤਲਬ ਕਿ ਕਹਿੰਦਾ ਰਿਹਾ ਜੀ ਵੀ ਮੈਂ ਕੋਈ ਨਾ ਤੁਹਾਨੂੰ ਫੋਨ ਕਰਕੇ ਦੱਸ ਦਿੰਦਾ ਹੈ ਵੀ ਅਸੀਂ ਵਿਆਹ ਕਰ ਦੂੰਗੇ। ਡੈਡੀ ਕਹੀ ਗਿਆ 10 ਦਿਨ ਦੇ ਦਿਓ, ਸਰਪੰਚ ਸਾਹਿਬ ਨੂੰ ਵੀ ਕਹੀ ਗਿਆ। ਇਹਦੇ ਫਾਦਰ ਸਾਹਿਬ ਨਾਲ, ਇਹਦੀ ਮਾਤਾ ਨਾਲ ਮੇਰੀ ਗੱਲ ਹੁੰਦੀ ਰਹੀ, ਪਰ ਮਤਲਬ ਕਿ ਉਹਨਾਂ ਨੂੰ ਮਕਰਾ ਦਿੱਤਾ ਜਾਂਦਾ ਤਾ। ਮਕਰਾ ਦਿੱਤਾ ਜਾਂਦਾ, ਇਹ ਮਕਰਾਉਂਦੀ ਸੀ ਜੀ। ਕਹਿੰਦੀ ਜੇ ਤੁਸੀਂ ਕੁੜੀ ਦੇ ਉੱਤੇ ਕਰਤਾ, ਕਹਿੰਦੀ ਮੈਂ ਗਲ ਭਰਾ ਲੈ ਲੈਣਾ, ਮੈਂ ਮਰ ਜਾਣਾ ਹੈ। ਇਸ ਕਰਕੇ ਇਹਦੀ ਬੂਆ ਨੇ ਮਤਲਬ ਭਰਾ ਨੂੰ ਕਹਿੰਦੀ। ਚਲੋ ਬਿਲਕੁਲ ਜੀ, ਜਿਹੜੀ ਹੈਗੀ ਆ ਗੱਲਬਾਤ ਇਹ ਆਉਂਦੀ ਆ ਵੀ ਇਹਨਾਂ ਨੇ ਕਿਸੇ ਹੋਰ ਪਿੰਡ ਤੋਂ ਵਿਆਹ ਕਰਵਾਇਆ ਤੇ ਇਹ ਧੀ ਦੇ ਬਿਆਨ ਹੈ ਇਸ ਭੈਣ ਦੇ ਵੀ ਮੈਂ ਆਪਣੀ ਮਰਜ਼ੀ ਦੇ ਨਾਲ ਕਰਵਾਇਆ, ਮੈਨੂੰ ਟੌਰਚਰ ਕੀਤਾ ਜਾਂਦਾ ਸੀ। ਪਰ ਇੱਥੇ ਗੱਲ ਇਸ ਕਰਕੇ ਜ਼ਿਆਦਾ ਵਿਗੜੀ ਹੈ ਵੀ ਯਾਰ ਇੱਕ ਆਮੋ ਸਾਹਮਣੇ ਘਰ ਹੈਗੇ ਨੇ, ਉਹਦੇ ਕਰਕੇ ਜੇ ਜੈਪਾਲ ਸਿੰਘ ਹੋਰਾਂ ਦਾ ਕਹਿਣਾ ਵੀ ਜੇ ਕਿਤੇ ਬਾਹਰ ਹੁੰਦੇ ਤਾਂ ਵਿਆਹ ਕਰਦੇ ਤੁਸੀਂ? ਕਰ ਦੇਣਾ ਤਾਂ ਜੀ ਅਸੀਂ ਵਧੀਆ ਵਿਆਹ ਕਰਦੇ ਆ। ਇਹੀ ਜੀ ਗੱਲ ਨਹੀਂ। ਸਾਈਡ ਤੇ ਪਿੰਡ ਦੇ ਨਜ਼ਦੀਕ ਵੀ ਹੁੰਦੇ ਤਾਂ ਵੀ ਸਾਨੂੰ ਕੋਈ ਇਤਰਾਜ਼ ਨਹੀਂ। ਪਸੰਦ ਦਾ ਵੀ ਤਾਂ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ। ਭਾਵੇਂ ਤੁਹਾਡੀ ਲੜਾਈ ਹੁੰਦੀ ਆਪਸ 'ਚ, ਜੇ ਉਹ ਪਿੰਡ ਹੋਰ ਹੁੰਦਾ? ਹਾਂ, ਲੜਾਈ ਵੀ ਹੁੰਦੀ ਫੇਰ ਵੀ ਤੋੜ ਦਿੰਦੇ ਅਸੀਂ। ਕੁੜੀ ਦੀ ਸਹਿਮਤੀ ਹੁੰਦੀ ਅਸੀਂ ਫੇਰ ਵੀ ਤੋੜ ਦਿੰਦੇ। ਰਿਲੇਸ਼ਨ ਤੋੜ ਦੇਣੇ ਤੇ ਜੀ, ਨਾ ਤੁਸੀਂ ਆਉਣਾ ਨਾ ਅਸੀਂ ਆਉਣਾ ਜੀ। ਵਿਆਹ ਤੁਸੀਂ ਉਹ ਕਰਨਾ ਸੀ? ਵਿਆਹ ਕਰ ਦੇਣਾ ਤਾਂ ਜੀ, ਕਿਆ ਗੱਲ ਸੀ? ਇਹੀ ਜੀ ਕੋਈ ਗੱਲ ਨਹੀਂ। ਸੋ ਬਿਲਕੁਲ ਜੀ, ਇਹ ਜਿਹੜਾ ਹੈਗਾ ਮਸਲਾ ਵਧਿਆ, ਪਰ ਇੱਕ ਪਿਓ ਦੇ ਉੱਤੇ ਕੀ ਬੀਤਦੀ ਹੈ ਉਹ ਇਹ ਜਾਣਦੇ ਨੇ। ਤਾੜੀ ਦੋਵੇਂ ਹੱਥਾਂ ਨਾਲ ਨਹੀਂ ਵੱਜੀ ਹੋਈ। ਉਹ ਮੁੰਡੇ ਨੇ ਵੀ ਪਹਿਲ ਕੀਤੀ ਹੋਈ, ਪਰ ਪਹਿਲਾਂ ਕਹਿੰਦੇ ਸੀ ਵੀ ਬਦਲਾ ਲਿਆ ਗਿਆ। ਇਹ ਮਾਤਾ ਦੇ ਬਿਆਨ ਸੀਗੇ ਮੁੰਡੇ ਦੀ, ਪਰ ਇਹਨਾਂ ਦਾ ਕਹਿਣਾ ਹੈ ਵੀ ਇਹ ਤਾਂ 2 ਸਾਲ ਤੋਂ ਵੀ ਪਹਿਲਾਂ ਦੀ ਗੱਲ ਹੈਗੀ ਆ ਜਦੋਂ ਇਸ ਭੈਣ ਨੇ ਦੱਸਤਾ ਸੀਗਾ। ਤੇ ਇਹ 28/10/2020 ਦਾ ਰਜਿਸਟਰਡ ਹੋਇਆ ਵਾ ਵਿਆਹ, ਇਹ 8 ਮਹੀਨੇ ਪਹਿਲਾਂ। ਪਰ ਦੱਸਿਆ ਜਾਂਦਾ ਵੀ ਉਹ ਇਹਨਾਂ ਦੀ ਆਪਸ ਦੀ ਗੱਲਬਾਤ ਜਿਹੜੀ 2 ਸਾਲ ਪਹਿਲੀ ਸੀਗੀ। ਪਰਿਵਾਰ ਨੇ ਆਪਣੇ ਜਿਹੜੇ ਬਿਆਨ ਦਿੱਤੇ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਹੁਣ ਮੁੰਡਾ ਤੇ ਕੁੜੀ ਇਹਨਾਂ ਦੇ ਘਰ ਨਾ ਵੜੇ, ਇਸ ਕਰਕੇ ਉਹ ਪੂਰੀ ਤਰ੍ਹਾਂ ਆਪਣੇ ਆਪ ਨੂੰ ਬੇਦਖਲੀ ਸਮਝਣ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ। ਸੋ ਇਹ ਪੇਟੀ ਦੇ ਵਿੱਚ ਕੀ ਰੱਖਿਆ ਹੋਇਆ ਜੀ ਤੁਸੀਂ? ਇਹਦੇ ਵਿੱਚ ਭਾਂਡੇ ਪਏ ਆ ਜੀ। ਹਾਂਜੀ। ਕੁੜੀ ਦੇ 7 ਬਿਸਤਰੇ ਬਣਾਏ ਪਏ ਆ ਜੀ, ਤੇ ਅਣਗਿਣਤ ਸੂਟ ਪਏ ਆ ਜੀ, ਲਏ ਹੋਏ ਸਾਰੇ ਬਰੀ ਦਾ ਸਮਾਨ ਜੀ। ਮਤਲਬ ਕਿ ਪੂਰੇ ਚਾਵਾਂ ਦੇ ਨਾਲ ਵਿਆਹ ਕਰਨਾ? ਹਾਂਜੀ, ਬਹੁਤ ਵਧੀਆ ਟੌਪ ਦਾ ਵਿਆਹ ਕਰਨਾ ਤਾਂ ਮੇਰੇ ਕੋਲ ਹੈ ਕਿ ਜੀ। ਮੁੰਡੇ ਨੇ ਤਾਂ ਚਲੋ ਕਰਵਾ ਲਈ ਕੋਰਟ ਮੈਰਿਜ। ਮੈਂ ਕਹਿੰਦੀ ਸੀ ਵੀ ਚਲ ਕੁੜੀ ਦਾ ਵਧੀਆ ਕਰੂੰਗੇ। ਸਾਡੇ ਚਾਹ ਸਾਰੇ ਵਿੱਚੇ ਰਹਿ ਗਏ ਜੀ। ਹੁਣ ਅਸੀਂ ਕੀ ਕਰਨਾ ਜੀ? ਸਿਰਫ ਜ਼ਿੰਦਗੀ ਹੈ ਜੀ ਸਾਡੀ, ਪਤਾ ਨਹੀਂ ਕਿੰਨੀ ਕੁ ਹੈਗੀ, ਪਤਾ ਨਹੀਂ ਹੈਗੀ। ਸਾਡੀ ਲੰਘ ਗਈ ਜਿੰਨੀ ਕੁ, ਠੀਕ ਹੈ। ਅੱਗੇ ਪਰਮਾਤਮਾ ਦੀ ਮਰਜ਼ੀ ਹੈ ਜੀ। ਜੋ ਕੁੜੀ ਨੇ ਕਰਤਾ ਚੰਗਾ ਹੀ ਕਰਿਆ, ਬਸ ਉਹਦੇ ਵਾਸਤੇ ਚੰਗਾ ਹੈ ਜੀ। ਸਾਡੇ ਵਾਸਤੇ ਪਰਮਾਤਮਾ ਨੇ ਮਾੜਾ ਕਰਿਆ। ਸੋ ਬਿਲਕੁਲ ਇੱਕ ਮਾਪਿਆਂ ਨੂੰ ਹੁੰਦਾ ਆਪਣੇ ਬੱਚਿਆਂ ਦਾ, ਚਾਹੇ ਉਹ ਧੀ ਹੋਵੇ ਪੁੱਤ ਹੋਵੇ, ਵੀ ਚਾਵਾਂ ਲੱਡਣ। ਹਾਂ, ਹਰ ਚਾਅ ਹੁੰਦੇ ਆ, ਉਹ ਅਧੂਰੇ ਰਹਿ ਗਏ ਆ ਇਸ ਪਰਿਵਾਰ ਦੇ। ਪਰ ਅਸੀਂ ਜ਼ਰੂਰ ਕਹਾਂਗੇ ਵੀ ਧੀਓ ਪੁੱਤਰੋ ਨਾ ਕਰੇ, ਕੋਈ ਵੀ ਧੀ ਇਸ ਤਰ੍ਹਾਂ ਦਾ ਕਦਮ ਨਾ ਚੱਕੇ ਵੀ ਆਪਣੇ ਮਾਂ-ਬਾਪ ਦੇ ਚਾਅ ਸਾਰੇ ਅਰਮਾਨ ਤੋੜ ਕੇ ਚਲੇ ਜਾਵੇ। ਬਿਲਕੁਲ। ਉਹ ਪੁੱਤਾਂ ਨੂੰ ਵੀ ਕਹਾਂਗੇ ਵੀ ਧੀਆਂ ਦਾ, ਆਪਾਂ ਇੱਕ ਪਾਸੇ ਕਹਿੰਦੇ ਵੀ ਧੀਆਂ ਘਟ ਰਹੀਆਂ ਨੇ ਤੇ ਅਸੀਂ ਧੀਆਂ ਨੂੰ ਕਹੀ ਜਾਂਦੇ। ਇਹ ਚੀਜ਼ ਪੁੱਤਾਂ ਨੂੰ ਵੀ ਆਪ ਸਮਝਣੀ ਪਊਗੀ ਬਈ ਜੇ ਧੀਆਂ ਤਾਂ ਸਾਡੇ ਕਰਕੇ ਅਸੀਂ ਜੇ ਇਹ ਸਟੈਪ ਚੁੱਕਣ ਦੇ ਲਈ ਮਜਬੂਰ ਕੀਤਾ ਗਿਆ ਜਾਂ ਕਰਦੇ ਆ ਤਾਂ ਉਹਦੇ ਵਿੱਚ ਬਰਾਬਰ ਦੇ ਦੋਸ਼ੀ ਅਸੀਂ
ਮੁੰਡੇ ਮਰਦ ਹੋਵਾਂਗੇ। ਸੋ ਇਸ ਕਰਕੇ ਜ਼ਰੂਰ ਆਪਣੀ ਬਣਦੀ ਜ਼ਿੰਮੇਵਾਰੀ ਹਰ ਕੋਈ ਜ਼ਰੂਰ ਨਿਭਾਵੇ ਜੀ। ਧੰਨਵਾਦ।